ਓਮ ਸ਼ਾਂਤੀ। ਅੱਜ 17/1/2023 ਦੀ ਬਾਣੀ ਹੈ। ਬਾਬਾ ਆਖਦੇ ਨੇ, ਮਿੱਠੇ ਬੱਚੇ, ਤੁਸੀਂ ਆਪਣੀ ਕਿਸਮਤ ਉੱਚੀ ਕਰਨ ਲਈ ਇਸ ਸਕੂਲ ਵਿੱਚ ਆਏ ਹੋ। ਤੁਸੀਂ ਨਿਰਾਕਾਰ ਪਿਤਾ ਤੋਂ ਪੜ੍ਹ ਕੇ ਰਾਜਿਆਂ ਦਾ ਰਾਜਾ ਬਣਨਾ ਹੈ। ਅੱਜ ਬਾਬਾ ਨੇ ਆਪਣੇ ਬੱਚਿਆਂ ਨੂੰ ਪ੍ਰਸ਼ਨ ਪੁੱਛਿਆ, ਕੁਝ ਬੱਚੇ ਕਿਸਮਤ ਵਾਲੇ ਹੁੰਦੇ ਹੈ, ਪਰ ਉਹ ਬਦਕਿਸਮਤ ਕਿਵੇਂ ਬਣੇ? ਅੱਜ ਬਾਬਾ ਦਾ ਉੱਤਰ ਹੈ, ਉਹ ਬੱਚੇ ਆਪਣੇ ਭਾਗਯ ਲੇਕਰ ਆਉਂਦੇ ਹੈ ਜਿਨ੍ਹਾਂ ਦਾ ਕੋਈ ਕਰਮ ਬੰਧਨ ਨਹੀਂ ਹੈ, ਭਾਵ ਉਹ ਕਰਮ ਬੰਧਨ ਤੋਂ ਮੁਕਤ ਹੈ। ਪਰ ਫਿਰ ਵੀ ਜੇਕਰ ਤੁਸੀਂ ਪੜ੍ਹਾਈ ਵੱਲ ਧਿਆਨ ਨਹੀਂ ਦਿੰਦੇ, ਤੁਹਾਡੀ ਬੁੱਧੀ ਇੱਧਰ ਉੱਧਰ ਭਟਕਦੀ ਰਹਿੰਦੀ ਹੈ। ਜੇਕਰ ਤੁਹਾਨੂੰ ਉਸ ਬਾਪ ਨੂੰ ਯਾਦ ਨਹੀਂ ਆਉਂਦਾ ਜਿਸ ਤੋਂ ਤੁਹਾਨੂੰ ਇੰਨਾ ਵੱਡਾ ਵਰਸਾ ਮਿਲਦਾ ਹੈ, ਤਾਂ ਤੁਸੀਂ ਭਾਗਿਆਸ਼ਾਲੀ ਹੋਣੇ ਦੇ ਬਾਵਜੂਦ ਤੁਸੀਂ ਆਪਣੇ ਆਪ ਨੂੰ ਦੁਰਭਾਗਿਆਸ਼ਾਲੀ ਕਹਿਲਾਉਂਦੇ ਹੈ। ਅੱਜ ਬਾਬਾ ਨੇ ਦੂਸਰਾ ਪ੍ਰਸ਼ਨ ਹੋਰ ਪੁੱਛਿਆ, ਸ਼੍ਰੀਮਤ ਵਿੱਚ ਕਿਹੜੇ ਰਸ ਭਰੇ ਹੋਏ ਹੈ? ਅੱਜ ਬਾਬਾ ਦਾ ਉੱਤਰ ਹੈ, ਸ਼੍ਰੀਮਤ ਉਹ ਹੈ ਜਿਸ ਵਿੱਚ ਮਾਤ ਪਿਤਾ, ਗੁਰੂ ਅਤੇ ਗੁਰੂ ਦੇ ਨਿਰਦੇਸ਼ਾਂ ਦਾ ਸਹਿਯੋਗ ਹੈ। ਸ਼੍ਰੀਮਤ ਸੈਕਰੀਨ ਵਰਗੀ ਹੈ ਜਿਸ ਵਿੱਚ ਇਹ ਸਾਰੇ ਰਸ ਭਰੇ ਹੋਏ ਹੈ। ਅੱਜ ਦਾ ਗੀਤ ਹੈ, मैं अपनी किस्मत जगा कर आई हूँ। ओम शांति। भगवानुवाच। ਜਦੋਂ ਮਨੁੱਖ ਗੀਤਾ ਦਾ ਪਾਠ ਪੜ੍ਹਦੇ ਹੈ, ਉਹ ਸ਼੍ਰੀ ਕ੍ਰਿਸ਼ਨ ਦਾ ਨਾਮ ਲੈ ਕੇ ਇਸ ਦਾ ਨਾਮ ਜਾਪ ਕਰਦੇ ਹੈ। ਇੱਥੇ ਸੁਣਾਉਣ ਵਾਲੇ ਕਹਿੰਦੇ ਹੈ ਕਿ ਭਗਵਾਨ ਸ਼ਿਵ ਬੋਲਦੇ ਹੈ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਭਗਵਾਨ ਸ਼ਿਵ ਬੋਲਦੇ ਹੈ ਕਿਉਂਕਿ ਸ਼ਿਵ ਬਾਬਾ ਆਪ ਬੋਲਦੇ ਹੈ। ਦੋਨੋਂ ਇਕੱਠੇ ਹੀ ਹੋ ਸਕਦੇ ਹੈ। ਬੱਚੇ ਦੋਵਾਂ ਦੇ ਹੈ, ਦੋਵੇਂ ਬੱਚੇ ਬੱਚੀਆਂ ਵਿੱਚ ਬੈਠੇ ਹੈ ਤਾਂ ਕਿਹਾ ਜਾਂਦਾ ਹੈ, ਬੱਚਿਓ ਸਮਝੋ ਕੌਣ ਪੜ੍ਹਾਉਂਦਾ ਹੈ? ਕਿਹਾ ਜਾਂਦਾ ਹੈ ਕਿ ਬਾਪ ਦਾਦਾ ਸਿਖਾਉਂਦੇ ਹੈ। ਵੱਡੇ ਨੂੰ ਪਿਤਾ, ਛੋਟੇ ਨੂੰ ਦਾਦਾ, ਭਰਾ ਕਿਹਾ ਜਾਂਦਾ ਹੈ। ਇਸ ਲਈ ਬਾਪ ਦਾਦਾ ਇਕੱਠੇ ਹੋ ਗਏ ਨਾ। ਹੁਣ ਬੱਚਿਆਂ ਨੂੰ ਵੀ ਪਤਾ ਹੈ ਕਿ ਉਹ ਵਿਦਿਆਰਥੀ ਹੈ। ਵਿਦਿਆਰਥੀ ਆਪਣੀ ਕਿਸਮਤ ਬਣਾਉਣ ਲਈ ਸਕੂਲ ਵਿੱਚ ਬੈਠੇ ਹੈ ਕਿ ਉਹ ਪੜ੍ਹਨਗੇ ਅਤੇ ਅਜਿਹੇ ਇਮਤਿਹਾਨ ਪਾਸ ਕਰਨਗੇ। ਉਹ ਸਰੀਰਕ ਟੈਸਟ ਬਹੁਤ ਸਾਰੇ ਹੈ। ਇੱਥੇ ਤੁਹਾਡੇ ਬੱਚਿਆਂ ਦੇ ਹਿਰਦੇ ਵਿੱਚ ਬੇਅੰਤ ਪਿਤਾ, ਪਰਮ ਆਤਮਾ ਸਾਨੂੰ ਸਿਖਾ ਰਹੇ ਹੈ। ਤੁਸੀਂ ਇਸ ਬ੍ਰਹਮਾ ਨੂੰ ਬਾਪ ਨਹੀਂ ਕਹਿੰਦੇ, ਨਿਰਾਕਾਰ ਬਾਪ ਸਮਝਾਉਂਦੇ ਹੈ। ਤੁਸੀਂ ਜਾਣਦੇ ਹੋ ਕਿ ਅਸੀਂ ਪਿਤਾ ਤੋਂ ਰਾਜਯੋਗ ਸਿੱਖਦੇ ਹਾਂ ਅਤੇ ਰਾਜਿਆਂ ਦੇ ਰਾਜੇ ਬਣਦੇ ਹਾਂ। ਰਾਜੇ ਹੈ ਤਾਂ ਫਿਰ ਰਾਜਿਆਂ ਦੇ ਰਾਜੇ ਹੈ। ਰਾਜੇ ਵੀ ਉਸ ਨੂੰ ਪੂਜਦੇ ਹੈ ਜੋ ਰਾਜਿਆਂ ਦਾ ਰਾਜੇ ਹੈ। ਇਹ ਰਿਵਾਜ ਸਿਰਫ ਭਾਰਤ ਦੀ ਧਰਤੀ ਤੇ ਹੀ ਹੈ। ਆਹ ਪਵਿੱਤਰ ਰਾਜੇ ਸ਼ੁੱਧ ਰਾਜਿਆਂ ਦੀ ਪੂਜਾ ਕਰਦੇ ਹੈ। ਬਾਪ ਨੇ ਸਮਝਾਇਆ ਹੈ ਕਿ ਜਿਸ ਕੋਲ ਬਹੁਤ ਜਾਇਦਾਦ ਹੋਵੇ ਉਸ ਨੂੰ ਰਾਜਾ ਕਿਹਾ ਜਾਂਦਾ ਹੈ। ਰਾਜੇ ਛੋਟੇ ਹੁੰਦੇ ਹੈ। ਅੱਜ ਕੱਲ ਕੁਝ ਰਾਜਿਆਂ ਕੋਲੋਂ ਬਾਦਸ਼ਾਹਾਂ ਨਾਲੋਂ ਵੀ ਵੱਧ ਜਾਇਦਾਦ ਹੈ। ਕੁਝ ਸਾਹੂਕਾਰਾਂ ਕੋਲੋਂ ਰਾਜਿਆਂ ਨਾਲੋਂ ਵੀ ਵੱਧ ਜਾਇਦਾਦ ਹੁੰਦੀ ਹੈ। ਉੱਥੇ ਇਹ ਇੰਨਾ ਗੈਰ ਕਾਨੂੰਨੀ ਨਹੀਂ ਹੈ। ਉੱਥੇ ਸਭ ਕੁਝ ਕਾਨੂੰਨ ਅਨੁਸਾਰ ਹੋਵੇਗਾ। ਵੱਡੇ ਮਹਾਰਾਜਾ ਕੋਲ ਵੱਡੀ ਜਾਇਦਾਦ ਹੋਵੇਗੀ ਤਾਂ ਤੁਸੀਂ ਬੱਚੇ ਜਾਣਦੇ ਹੈ ਕਿ ਬੇਅੰਤ ਬਾਪ ਬੈਠ ਕੇ ਪੜ੍ਹਾਉਂਦੇ ਹੈ। ਪਰਮਾਤਮਾ ਦੇ ਬਾਝੋਂ ਕੋਈ ਤੁਹਾਨੂੰ ਰਾਜਿਆਂ ਦਾ ਰਾਜਾ, ਸਵਰਗ ਦਾ ਮਾਲਿਕ ਬਣਾ ਨਹੀਂ ਸਕਦਾ। ਸਵਰਗ ਦਾ ਸਿਰਜਣਹਾਰ ਨਿਰਾਕਾਰ ਪਿਤਾ ਹੈ। ਉਸ ਦਾ ਨਾਮ ਵੀ ਗਾਇਆ ਜਾਂਦਾ ਹੈ। ਸਵਰਗੀ ਪਰਮੇਸ਼ਵਰ ਪਿਤਾ ਬਾਪ ਸਾਫ਼-ਸਾਫ਼ ਸਮਝਾਉਂਦੇ ਹੈ। ਮੈਂ ਤੁਹਾਨੂੰ ਬੱਚਿਆਂ ਨੂੰ ਇੱਕ ਵਾਰ ਫਿਰ ਆਤਮਾ ਪਰਮਾਤਮਾ ਦਾ ਗਿਆਨ ਦਿੰਦਾ ਹਾਂ ਅਤੇ ਤੁਹਾਨੂੰ ਰਾਜਿਆਂ ਦਾ ਰਾਜਾ ਬਣਾਉਂਦਾ ਹਾਂ। ਹੁਣ ਤੁਸੀਂ ਜਾਣਦੇ ਹੋ ਕਿ ਤੁਸੀਂ ਆਪਣੀ ਕਿਸਮਤ ਬਣਾ ਕੇ ਬੇਅੰਤ ਬਾਪ ਤੋਂ ਰਾਜਿਆਂ ਦੇ ਰਾਜੇ ਬਣਨ ਲਈ ਆਏ ਹੈ। ਅਜਿਹੀ ਖੁਸ਼ੀ ਦੀ ਗੱਲ ਹੈ। ਇਹ ਬਹੁਤ ਔਖਾ ਇਮਤਿਹਾਨ ਹੈ। ਬਾਬਾ ਆਖਦੇ ਹੈ, ਸ਼੍ਰੀਮਤ ਦਾ ਪਾਲਣ ਕਰੋ। ਇਸ ਵਿੱਚ ਮਾਤ ਪਿਤਾ, ਗੁਰੂ ਆਦਿ ਦਾ ਹੁਕਮ ਆ ਗਿਆ। ਸਾਰਿਆਂ ਦਾ ਸੈਕਰੀਨ ਰਹਿੰਦਾ ਹੈ। ਸਭ ਦਾ ਸਾਰ ਇੱਕ ਵਿੱਚ ਅਵੇਦ ਹੋ ਗਿਆ ਹੈ। ਸਾਰਿਆਂ ਦਾ ਪਤੀ ਇੱਕ ਹੈ। ਉਹ ਬਾਪ ਹੈ ਜੋ ਤੁਹਾਨੂੰ ਪਵਿੱਤਰ ਤੋਂ ਪਵਿੱਤਰ ਬਣਾਉਂਦਾ ਹੈ। ਗੁਰੂ
ਨਾਨਕ ਦੇਵ ਜੀ ਨੇ ਵੀ ਉਸ ਦੀ ਵਡਿਆਈ ਕੀਤੀ ਹੈ। ਇਸ ਲਈ ਉਹਨਾਂ ਨੂੰ ਜ਼ਰੂਰ ਯਾਦ ਕਰਨਾ ਬਣਦਾ ਹੈ। ਪਹਿਲੇ ਉਹ ਤੁਹਾਨੂੰ ਆਪਣੇ ਕੋਲ ਲੈ ਜਾਵੇਗਾ ਅਤੇ ਫਿਰ ਉਹ ਤੁਹਾਨੂੰ ਪਵਿੱਤਰ ਸੰਸਾਰ ਵਿੱਚ ਭੇਜੇਗਾ। ਜੇ ਕੋਈ ਆਵੇ ਤਾਂ ਉਸ ਨੂੰ ਸਮਝਾਓ ਕਿ ਇਹ ਪਰਮਾਤਮਾ ਦਾ ਕਾਲਜ ਹੈ, ਪਰਮਾਤਮਾ ਬੋਲਦੇ ਹੈ, ਅਤੇ ਸਕੂਲਾਂ ਵਿੱਚ ਉਹ ਕਦੇ ਨਹੀਂ ਕਹਿਣਗੇ ਕਿ ਇਹ ਪਰਮਾਤਮਾ ਬੋਲਦਾ ਹੈ। ਪਰਮਾਤਮਾ ਗਿਆਨ ਦਾ ਸਾਗਰ ਹੈ, ਮਨੁੱਖ ਸੰਸਾਰ ਦਾ ਬੀਜ ਰੂਪ ਹੈ। ਮੈਂ ਬੈਠ ਕੇ ਤੁਹਾਨੂੰ ਬੱਚਿਆਂ ਨੂੰ ਸਿਖਾਉਂਦਾ ਹਾਂ। ਇਹ ਪਰਮਾਤਮ ਗਿਆਨ ਹੈ। ਸਰਸਵਤੀ ਨੂੰ ਗਿਆਨ ਦੀ ਦੇਵੀ ਕਿਹਾ ਜਾਂਦਾ ਹੈ। ਸੋ ਨਿਸ਼ਚੈ ਹੀ ਪਰਮਾਤਮ ਗਿਆਨ ਨਾਲ ਦੇਵੀ ਦੇਵਤਾ ਬਣੇ ਹੋਣਗੇ, ਵਿਰਿਸ਼ਟਰ ਤੋਂ ਵਿਰਿਸ਼ਟਰ ਗਿਆਨ ਨਾਲ ਹੀ ਬਣਨਗੇ। ਇਹ ਪਰਮਾਤਮ ਗਿਆਨ ਹੈ। ਪਰਮਾਤਮਾ ਨੇ ਸਰਸਵਤੀ ਨੂੰ ਗਿਆਨ ਦਿੱਤਾ ਹੈ। ਸਰਸਵਤੀ ਤੇ ਬਹੁਤ ਸਾਰੇ ਬੱਚੇ ਹੈ, ਪਰ ਇਹ ਸੰਭਵ ਨਹੀਂ ਕਿ ਹਰ ਇੱਕ ਨੂੰ ਗਿਆਨ ਦੀ ਦੇਵੀ ਕਿਹਾ ਜਾਵੇ। ਇਸ ਸਮੇਂ ਤੁਸੀਂ ਆਪਣੇ ਆਪ ਨੂੰ ਦੇਵੀ ਨਹੀਂ ਕਹਿ ਸਕਦੇ। ਉੱਥੇ ਵੀ ਦੇਵਤਾ ਕਹਾਏ ਜਾਣਗੇ। ਰੱਬ ਜ਼ਰੂਰ ਗਿਆਨ ਦਿੰਦਾ ਹੈ। ਉਹ ਤੁਹਾਨੂੰ ਅਜਿਹਾ ਪਾਠ ਇਸ ਧਰਤੀ ਤੇ ਪੜ੍ਹਾ ਕੇ ਬਹੁਤ ਅੱਛਾ ਰੁਤਬਾ ਦਿੰਦੇ ਹੈ। ਬਾਕੀ ਦੇਵੀ ਦੇਵਤਾ ਨਹੀਂ ਹੋ ਸਕਦੇ। ਇਹ ਮਾਪੇ ਤਾਂ ਜਿਵੇਂ ਦੇਵੀ ਦੇਵਤਾ ਬਣ ਗਏ ਹੋਣ, ਪਰ ਉੱਥੇ ਹੈ ਨਿਰਾਕਾਰ ਪਿਤਾ ਨੂੰ ਪਰਮਾਤਮਾ ਪਿਤਾ ਕਿਹਾ ਜਾਵੇਗਾ। ਇਸ ਸਰੀਰ ਨੂੰ ਪਰਮਾਤਮਾ ਨਹੀਂ ਕਿਹਾ ਜਾ ਸਕਦਾ। ਇਹ ਬਹੁਤ ਡੂੰਘੀਆਂ ਗੱਲਾਂ ਹੈ। ਸਵਰੂਪ ਅਤੇ ਫਿਰ ਆਤਮਾ ਅਤੇ ਪਰਮ ਆਤਮਾ ਵਿਚਕਾਰ ਸੰਬੰਧ ਅਜਿਹੀਆਂ ਡੂੰਘੀਆਂ ਚੀਜ਼ਾਂ ਹੈ। ਕਾਕਾ, ਚਾਚਾ, ਮਾਮਾ ਆਦਿ ਨਾਲ ਜੋ ਸਰੀਰਕ ਸੰਬੰਧ ਬਣਦੇ ਹੈ, ਇਹ ਇੱਕ ਰੂਹਾਨੀ ਰਿਸ਼ਤਾ ਹੈ। ਸਮਝਾਉਣ ਲਈ ਇੱਕ ਵਧੀਆ ਤਰੀਕੇ ਦੀ ਲੋੜ ਹੈ। ਮਾਤ ਪਿਤਾ ਸ਼ਬਦ ਗਾਉਂਦੇ ਹੈ, ਇਸ ਲਈ ਕੋਈ ਨਾ ਕੋਈ ਅਰਥ ਜ਼ਰੂਰ ਹੁੰਦਾ ਹੈ ਨਾ। ਉਹ ਸ਼ਬਦ ਅਵਿਨਾਸ਼ੀ ਹੋ ਜਾਂਦਾ ਹੈ। ਉਹ ਵੀ ਭਗਤੀ ਦੇ ਮਾਰਗ ਤੇ ਚੱਲਦਾ ਹੈ। ਤੁਸੀਂ ਬੱਚੇ ਜਾਣਦੇ ਹੋ ਕਿ ਤੁਸੀਂ ਸਕੂਲ ਵਿੱਚ ਬੈਠੇ ਹੋ। ਜੋ ਸਿਖਾਉਂਦਾ ਹੈ ਉਹ ਗਿਆਨ ਦਾ ਸਾਗਰ ਹੈ। ਉਸ ਦੀ ਆਤਮਾ ਵੀ ਪੜ੍ਹਦੀ ਹੈ। ਇਸ ਆਤਮਾ ਦਾ ਪਿਤਾ ਪਰਮ ਆਤਮਾ ਹੈ, ਜੋ ਸਭ ਦਾ ਪਿਤਾ ਹੈ। ਉਹ ਸਿੱਖਿਆ ਦਿੰਦੇ ਹੈ। ਉਹ ਗਰਭ ਵਿੱਚ ਨਹੀਂ ਆਉਣਾ ਚਾਹੁੰਦੇ ਤਾਂ ਉਹ ਗਿਆਨ ਕਿਵੇਂ ਸਿਖਾ ਸਕਦਾ ਹੈ? ਉਹ ਬ੍ਰਹਮਾ ਦੇ ਸਰੀਰ ਵਿੱਚ ਆਉਂਦਾ ਹੈ। ਉਹਨਾਂ ਨੇ ਫਿਰ ਬ੍ਰਹਮਾ ਦੀ ਥਾਂ ਸ਼੍ਰੀ ਕ੍ਰਿਸ਼ਨ ਦਾ ਨਾਮ ਰੱਖਿਆ ਹੈ। ਇਹ ਵੀ ਡਰਾਮੇ ਵਿੱਚ ਹੈ। ਜੇਕਰ ਕੋਈ ਗਲਤੀ ਹੋ ਜਾਵੇ ਤਾਂ ਬਾਪ ਆ ਕੇ ਇਸ ਗਲਤੀ ਨੂੰ ਸੁਧਾਰਦੇ ਹੈ ਅਤੇ ਪੂਰੀ ਕਰ ਦਿੰਦੇ ਹੈ। ਨਿਰਾਕਾਰ ਨੂੰ ਨਾ ਜਾਣ ਕਾਰਨ ਹੁਣ ਉਲਟੀ ਮਤ ਪਰ ਚੱਲ ਪੜੇ ਹੈ। ਬਾਪ ਸਮਝਾਉਂਦੇ ਹੈ, ਮੈਂ ਤੇਰਾ ਬੇਅੰਤ ਬਾਪ ਹਾਂ, ਜੋ ਤੁਹਾਨੂੰ ਬੇਅੰਤ ਵਿਰਾਸਤ ਦਿੰਦਾ ਹਾਂ। ਕੋਈ ਨਹੀਂ ਜਾਣਦਾ ਕਿ ਲਕਸ਼ਮੀ ਨਾਰਾਇਣ ਸਵਰਗ ਦੇ ਮਾਲਕ ਕਿਵੇਂ ਬਣ ਗਏ। ਯਕੀਨਨ ਕਿਸੇ ਨੇ ਕਰਮ ਸਿਖਾਇਆ ਹੋਵੇਗਾ ਅਤੇ ਉਹ ਮਹਾਨ ਵੀ ਹੋਣੇ ਚਾਹੀਦੇ ਹੈ ਜਿਸ ਨੇ ਇੰਨਾ ਉੱਚਾ ਦਰਜਾ ਪ੍ਰਾਪਤ ਕੀਤਾ ਹੈ। ਮਨੁੱਖ ਕੁਛ ਨਹੀਂ ਜਾਣਦਾ। ਬਾਪ ਬੜੇ ਪਿਆਰ ਨਾਲ ਸਮਝਾਉਂਦੇ ਹੈ। ਉਹ ਬਹੁਤ ਵੱਡਾ ਅਧਿਕਾਰ ਹੈ ਜੋ ਸਾਰੇ ਸੰਸਾਰ ਨੂੰ ਆਪ ਪਵਿੱਤਰਤਾ ਤੋਂ ਪਵਿੱਤਰ ਬਣਾ ਦਿੰਦਾ ਹੈ। ਉਹ ਮਾਲਕ ਹੈ। ਉਹ ਦੱਸਦਾ ਹੈ ਕਿ ਇਹ ਇੱਕ ਪੂਰਵ ਨਿਰੰਤਰ ਡਰਾਮਾ ਹੈ। ਤੁਹਾਨੂੰ ਘੁੰਮਣਾ ਪੈਂਦਾ ਹੈ। ਇਸ ਰਚਨਾ ਨੂੰ ਕੋਈ ਨਹੀਂ ਜਾਣਦਾ। ਤੁਸੀਂ ਜਾਣਦੇ ਹੋ ਕਿ ਅਸੀਂ ਨਾਟਕ ਦੇ ਕਲਾਕਾਰ ਹਾਂ। ਇਹ ਚੱਕਰ ਕਿਵੇਂ ਮੋੜਦਾ ਹੈ ਜੋ ਦੁੱਖ ਦੀ ਧਰਤੀ ਤੋਂ ਖੁਸ਼ੀ ਦੀ ਧਰਤੀ ਵਿੱਚ ਬਦਲ ਜਾਂਦਾ ਹੈ। ਮੈਂ ਤੁਹਾਨੂੰ ਖੁਸ਼ੀ ਦੀ ਧਰਤੀ ਲਈ ਸਿਖਾਉਂਦਾ ਹਾਂ। ਤੂੰ ਹੀ ਹੈ ਜੋ 21 ਜਨਮਾਂ ਤੱਕ ਸਦਾ ਸੁਖੀ ਰਹਿੰਦੇ ਹੈ। ਉੱਥੇ ਹੋਰ ਕੋਈ ਨਹੀਂ ਜਾ ਸਕਦਾ। ਯਕੀਨੀ ਤੌਰ ਤੇ ਖੁਸ਼ੀ ਦੀ ਧਰਤੀ ਵਿੱਚ ਥੋੜਾ ਜਿਹਾ ਇਨਸਾਨ ਹੋਵੇਗਾ। ਸਮਝਾਉਣ ਲਈ ਬਹੁਤ ਵਧੀਆ ਨੁਕਤੇ ਚਾਹੀਦੇ ਹੈ। ਕਹਿੰਦੇ, ਬਾਬਾ ਅਸੀਂ ਤੇਰੇ ਹਾਂ, ਪਰ ਪੂਰਾ ਹੋਣ ਵਿੱਚ ਸਮਾਂ ਲੱਗਦਾ ਹੈ। ਕਈਆਂ ਲਈ ਕਰਮ ਬੰਧਨ ਜਲਦੀ ਮੁਕਤ ਹੋ ਜਾਂਦਾ ਹੈ, ਦੂਜਿਆਂ ਲਈ ਇਸ ਨੂੰ ਸਮਾਂ ਲੱਗਦਾ ਹੈ। ਕੁਝ ਭਾਗਿਆਸ਼ਾਲੀ ਹੁੰਦੇ ਹੈ ਜਿਨ੍ਹਾਂ ਦੇ ਕਰਮ ਬੰਧਨ ਟੁੱਟ ਜਾਂਦੇ ਹੈ, ਪਰ ਉਹ ਪੜ੍ਹਾਈ ਵੱਲ ਧਿਆਨ ਨਹੀਂ ਦਿੰਦੇ, ਇਸ ਲਈ ਉਹਨਾਂ ਨੂੰ ਬਦਕਿਸਮਤ ਕਿਹਾ ਜਾਂਦਾ ਹੈ। ਪੁੱਤਰਾਂ
ਪੋਤਰਿਆਂ ਦੋਤਰਿਆਂ ਆਦਿ ਵਿੱਚ ਮੋਹ ਚਲੀ ਜਾਂਦੀ ਹੈ। ਇੱਥੇ ਤੁਹਾਨੂੰ ਕੇਵਲ ਇੱਕ ਨੂੰ ਯਾਦ ਕਰਨਾ ਹੈ। ਤੁਹਾਨੂੰ ਬਹੁਤ ਭਾਰੀ ਵਰਸਾ ਮਿਲਦਾ ਹੈ। ਤੁਸੀਂ ਜਾਣਦੇ ਹੋ ਕਿ ਤੁਸੀਂ ਰਾਜਿਆਂ ਦੇ ਰਾਜੇ ਬਣ ਰਹੇ ਹੋ। ਬਾਪ ਸਮਝਾਉਂਦੇ ਹੈ ਕਿ ਕਿਵੇਂ ਆਪ ਪਵਿੱਤਰ ਰਾਜੇ ਬਣਦੇ ਹੈ, ਕਿਵੇਂ ਪਾਕ ਰਾਜਿਆਂ ਨੂੰ ਰਾਜੇ ਬਣਾਉਂਦੇ ਹੈ। ਮੈਂ ਆਪ ਆ ਕੇ ਤੁਹਾਨੂੰ ਰਾਜਿਆਂ ਦਾ ਰਾਜਾ, ਸਵਰਗ ਦਾ ਮਾਲਕ ਇਸ ਰਾਜਯੋਗ ਰਾਹੀਂ ਬਣਾਉਂਦਾ ਹਾਂ। ਉਹ ਆਪ ਪਵਿੱਤਰ ਰਾਜੇ ਦਾਨ ਨਾਲ ਬਣਦੇ ਹੈ। ਮੈਂ ਆ ਕੇ ਉਹਨਾਂ ਨੂੰ ਨਹੀਂ ਬਣਾਉਂਦਾ। ਉਹ ਬਹੁਤ ਦਾਨੀ ਹੈ। ਦਾਨ ਕਰਨ ਨਾਲ ਉਹ ਸ਼ਾਹੀ ਪਰਿਵਾਰ ਵਿੱਚ ਪੈਦਾ ਹੋਏ ਹੈ। ਮੈਂ ਤੁਹਾਨੂੰ 21 ਜਨਮਾਂ ਦੀ ਖੁਸ਼ੀ ਦਿੰਦਾ ਹਾਂ। ਭਾਵੇਂ ਇੱਕ ਜਨਮ ਲਈ ਉਹ ਬਣ ਜਾਂਦੇ ਹੈ। ਆਪ ਪਵਿੱਤਰ ਦੁਖੀ ਰਹਿੰਦੇ ਹੈ। ਮੈਂ ਆ ਕੇ ਬੱਚਿਆਂ ਨੂੰ ਪਵਿੱਤਰ ਕਰਦਾ ਹਾਂ। ਲੋਕ ਸਮਝਦੇ ਹੈ ਕਿ ਗੰਗਾ ਵਿੱਚ ਇਸ਼ਨਾਨ ਕਰਨ ਨਾਲ ਹੀ ਉਹ ਪਵਿੱਤਰ ਹੋ ਜਾਂਦੇ ਹੈ, ਪਰ ਬਹੁਤ ਠੋਕਰ ਖਾਂਦੇ ਹੈ। ਗੰਗਾ ਜਮਨਾ ਆਦਿ ਦੀ ਬਹੁਤ ਮਹਿਮਾ ਹੈ। ਹੁਣ ਇਸ ਵਿੱਚ ਵਡਿਆਈ ਤਾਂ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪਾਣੀ ਸਮੁੰਦਰ ਤੋਂ ਆਉਂਦਾ ਹੈ। ਇਸ ਤਰ੍ਹਾਂ ਦੀਆਂ ਕਈ ਨਦੀਆਂ ਹੈ। ਬਾਹਰਲੇ ਮੁਲਕਾਂ ਵਿੱਚ ਵੀ ਵੱਡੇ ਦਰਿਆ ਪੁਲ ਦੇ ਬਣਾਏ ਜਾਂਦੇ ਹੈ। ਇਸ ਵਿੱਚ ਕਿਹੜੀਆਂ ਵੱਡੀਆਂ ਗੱਲਾਂ ਹੈ। ਉਹ ਇਹ ਵੀ ਨਹੀਂ ਜਾਣਦੇ ਕਿ ਗਿਆਨ ਦੇ ਸਾਗਰ ਅਤੇ ਗਿਆਨ ਦੀ ਗੰਗਾ ਕੌਣ ਹੈ। ਉਹਨਾਂ ਨੂੰ ਕੁਝ ਨਹੀਂ ਪਤਾ ਕਿ ਸ਼ਕਤੀਆਂ ਨੇ ਕੀ ਕੀਤਾ। ਅਸਲ ਵਿੱਚ ਇਹ ਜਗਤੰਬਾ ਗਿਆਨ ਦੀ ਗੰਗਾ ਜਾਂ ਗਿਆਨ ਦੀ ਸਰਸਵਤੀ ਹੈ। ਮਨੁੱਖ ਬਿਲਕੁਲ ਨਹੀਂ ਜਾਣਦੇ। ਜਿਵੇਂ ਭੀਲ ਹੈ, ਬਿਲਕੁਲ ਮੂਰਖ ਬੇਸਮਝ। ਬਾਪ ਆ ਕੇ ਬੇਸਮਝ ਨੂੰ ਸਮਝਦਾਰ ਬਣਾ ਦਿੰਦੇ ਹੈ। ਤੁਸੀਂ ਦੱਸ ਸਕਦੇ ਹੋ ਕਿ ਉਸ ਨੂੰ ਰਾਜਿਆਂ ਦਾ ਰਾਜਾ ਕਿਸ ਨੇ ਬਣਾਇਆ ਹੈ। ਗੀਤਾ ਵਿੱਚ ਵੀ ਲਿਖਿਆ ਹੈ ਕਿ ਤੁਹਾਨੂੰ ਰਾਜਿਆਂ ਦਾ ਰਾਜਾ ਬਣਾਉਂਦਾ ਹਾਂ। ਮਨੁੱਖ ਇਸ ਨੂੰ ਨਹੀਂ ਜਾਣਦੇ। ਸਾਨੂੰ ਆਪਣੇ ਆਪ ਨੂੰ ਵੀ ਪਤਾ ਨਹੀਂ ਹੈ। ਜਿਸ ਨੂੰ ਆਪ ਹੀ ਰਚਿਆ ਗਿਆ ਹੈ ਉਹ ਨਹੀਂ ਰਿਹਾ। ਜੇ ਉਹ ਨਹੀਂ ਜਾਣਦਾ ਤਾਂ ਉਹ ਕਿਵੇਂ ਜਾਣ ਸਕਦਾ ਹੈ। ਸਰਵਵਿਆਪੀ ਦੇ ਗਿਆਨ ਵਿੱਚ ਕੁਝ ਨਹੀਂ ਹੈ। ਕਿਸ ਨਾਲ ਯੋਗ ਕਰਨਾ ਹੈ, ਕਿਸ ਨੂੰ ਬੁਲਾਓ। ਉਹ ਆਪ ਹੀ ਪਰਮਾਤਮਾ ਹੈ। ਫਿਰ ਉਹ ਕਿਸ ਅੱਗੇ ਅਰਦਾਸ ਕਰੇਗਾ। ਇਹ ਇੱਕ ਬਹੁਤ ਵੱਡਾ ਅਜੂਬਾ ਹੈ। ਜੋ ਬਹੁਤ ਭਗਤੀ ਕਰਦੇ ਹੈ ਉਹਨਾਂ ਦੀ ਇੱਜ਼ਤ ਹੁੰਦੀ ਹੈ। ਸ਼ਰਧਾਲੂਆਂ ਦੀ ਮਾਲਾ ਵੀ ਹੈ। ਗਿਆਨ ਦੀ ਮਾਲਾ ਰੁਦਰ ਦੀ ਮਾਲਾ ਹੈ। ਇਹ ਫਿਰ ਸ਼ਰਧਾਲੂਆਂ ਦੀ ਮਾਲਾ ਹੈ। ਇਹ ਹੈ ਨਿਰਾਰਥ ਮਾਲਾ। ਸਾਰੀਆਂ ਆਤਮਾ ਉੱਥੇ ਰਹਿੰਦੀਆਂ ਹੈ। ਉਹਨਾਂ ਵਿੱਚ ਵੀ ਕਿਸ ਦੀ ਆਤਮਾ ਨੰਬਰ 1 ਹੈ। ਉਹ ਜੋ ਪਹਿਲੇ ਨੰਬਰ ਤੇ ਜਾਂਦੇ ਹੈ। ਸਰਸਵਤੀ ਦੀ ਆਤਮਾ ਜਾਂ ਬ੍ਰਹਮਾ ਦੀ ਆਤਮਾ ਦਾ ਅਧਿਐਨ ਕਰਦੇ ਹੈ। ਇਹ ਆਤਮਾ ਦੀ ਗੱਲ ਹੈ। ਭਗਤੀ ਮਾਰਗ ਵਿੱਚ ਸਭ ਕੁਝ ਭੌਤਿਕ ਹੈ। ਅਜਿਹਾ ਭਗਤ ਐਸਾ ਸੀ। ਅਸੀਂ ਉਸਦੇ ਸਰੀਰ ਦਾ ਨਾਮ ਲਵਾਂਗੇ। ਤੁਸੀਂ ਮਨੁੱਖ ਨੂੰ ਨਹੀਂ ਬੁਲਾਓਗੇ। ਤੁਸੀਂ ਜਾਣਦੇ ਹੋ ਕਿ ਬ੍ਰਹਮਾ ਦੀ ਆਤਮਾ ਕੀ ਬਣ ਜਾਂਦੀ ਹੈ। ਉਹ ਜਾ ਕੇ ਸਰੀਰ ਧਾਰਨ ਕਰਦਾ ਹੈ ਅਤੇ ਰਾਜਿਆਂ ਦਾ ਰਾਜਾ ਬਣ ਜਾਂਦਾ ਹੈ। ਆਤਮਾ ਸਰੀਰ ਵਿੱਚ ਪ੍ਰਵੇਸ਼ ਕਰਕੇ ਰਾਜ ਕਰਦੀ ਹੈ। ਹੁਣ ਕੋਈ ਰਾਜ ਨਹੀਂ ਹੈ। ਇਹ ਆਤਮਾ ਹੈ ਜੋ ਰਾਜ ਕਰਦੀ ਹੈ। ਮੈਂ ਰਾਜਾ ਹਾਂ, ਮੈਂ ਆਤਮਾ ਹਾਂ, ਮੈਂ ਇਸ ਸਰੀਰ ਦਾ ਮਾਲਕ ਹਾਂ। ਅਹਿਮ ਆਤਮਾ ਸਰੀਰ ਦਾ ਨਾਮ ਹੀ ਸ਼੍ਰੀ ਨਾਰਾਇਣ ਰੱਖੇਗੀ ਅਤੇ ਫਿਰ ਰਾਜ ਕਰੇਗੀ। ਕੇਵਲ ਆਤਮਾ ਹੀ ਇਸ ਨੂੰ ਸੁਣਦੀ ਅਤੇ ਧਾਰਨ ਕਰਦੀ ਹੈ। ਸੰਸਕਾਰ ਆਤਮਾ ਵਿੱਚ ਵਸਦੇ ਹੈ। ਹੁਣ ਤੁਸੀਂ ਜਾਣਦੇ ਹੋ ਕਿ ਅਸੀਂ ਸ਼੍ਰੀਮਤ ਨੂੰ ਮੰਨ ਕੇ ਬਾਪ ਤੋਂ ਬਾਦਸ਼ਾਹੀ ਮੰਗਦੇ ਹਾਂ। ਬਾਪ ਦਾਦਾ ਦੋਵਾਂ ਨੂੰ ਇਕੱਠੇ ਬੱਚੇ ਕਹਿੰਦੇ ਹੈ। ਦੋਵਾਂ ਨੂੰ ਬੱਚੇ ਕਹਾਉਣ ਦਾ ਹੱਕ ਹੈ। ਆਤਮਾ ਨੂੰ ਨਿਰਾਕਾਰ ਬੱਚੇ ਕਿਹਾ ਜਾਂਦਾ ਹੈ। ਮੈਨੂੰ ਪਿਤਾ ਨੂੰ ਯਾਦ ਕਰੋ, ਹੋਰ ਕੋਈ ਨਹੀਂ ਕਹਿ ਸਕਦੇ। ਹੇ ਅਵਿਨਾਸ਼ੀ ਬੱਚੇ, ਹੇ ਆਤਮਾਵਾਂ, ਮੈਨੂੰ ਪਿਤਾ ਨੂੰ ਯਾਦ ਕਰੋ। ਬਾਪ ਹੀ ਰੂਹਾਂ ਨਾਲ ਗੱਲਾਂ ਕਰਦੇ ਹੈ। ਇਸ ਤਰ੍ਹਾਂ ਨਹੀਂ ਕਿਹਾ ਜਾਂਦਾ ਪਰਮਾਤਮਾ ਮੈਨੂੰ ਯਾਦ ਕਰੋ। ਪਰਮਾਤਮਾ ਕਿਹਾ ਜਾਂਦਾ ਹੈ ਹੇ ਆਤਮਾਵਾਂ, ਮੈਨੂੰ ਪਿਤਾ ਨੂੰ ਯਾਦ ਕਰੋ। ਇਸੇ ਯੋਗ ਦੀ ਅੱਗ ਦੁਆਰਾ ਤੁਹਾਡੇ ਪਾਪ ਨਾਸ਼ ਹੋ ਜਾਣਗੇ। ਪਰ ਗੰਗਾ ਵਿੱਚ ਇਸ਼ਨਾਨ ਕਰਨ ਨਾਲ ਕੋਈ ਵੀ
ਪਾਪੀ ਆਤਮਾ ਤੋਂ ਪੁੰਨਿਆ ਆਤਮਾ ਨਹੀਂ ਬਣ ਸਕਦੇ। ਗੰਗਾ ਵਿੱਚ ਇਸ਼ਨਾਨ ਕਰਕੇ ਘਰ ਆ ਕੇ ਪਾਪ ਕਰਦੇ ਹੈ। ਇਹਨਾਂ ਵਿਕਾਰਾਂ ਦੇ ਕਾਰਨ ਹੀ ਆਤਮਾ ਪਾਪੀ ਹੋ ਜਾਂਦੀ ਹੈ। ਇਸ ਨੂੰ ਕੋਈ ਨਹੀਂ ਸਮਝਦਾ। ਬਾਪ ਸਮਝਾਉਂਦੇ ਹੈ ਕਿ ਹੁਣ ਤੁਸੀਂ ਰਾਹੂ ਦੇ ਗ੍ਰਹਿਣ ਵਿੱਚ ਹੈ। ਪਹਿਲੇ ਇੱਕ ਹਲਕਾ ਗ੍ਰਹਿਣ ਹੁੰਦਾ ਹੈ, ਹੁਣ ਦਾਨ ਕਰੋ ਤਾਂ ਗ੍ਰਹਿਣ ਦੂਰ ਹੋ ਜਾਵੇਗਾ। ਪ੍ਰਾਪਤੀ ਬਹੁਤ ਭਾਰੀ ਹੈ, ਇਸ ਲਈ ਤੁਹਾਨੂੰ ਇਸ ਤਰ੍ਹਾਂ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਨਹੀਂ, ਬਾਪ ਕਹਿੰਦੇ ਹੈ ਤੁਹਾਨੂੰ ਰਾਜਿਆਂ ਦਾ ਰਾਜਾ ਬਣਾਵਾਂਗਾ, ਇਸ ਲਈ ਮੈਨੂੰ ਅਤੇ ਆਪਣੀ ਵਿਰਾਸਤ ਨੂੰ ਯਾਦ ਕਰੋ, ਆਪਣੇ 84 ਜਨਮਾਂ ਨੂੰ ਯਾਦ ਕਰੋ। ਇਸੇ ਲਈ ਬਾਬਾ ਨੇ ਸਬਦਰਸ਼ਨ ਚੱਕਰਧਾਰੀ ਬੱਚਿਆਂ ਦਾ ਨਾਮ ਦਿੱਤਾ ਹੈ। ਇਸ ਲਈ ਸदैव ਦੇ ਗਿਆਨ ਦੀ ਹੀ ਲੋੜ ਹੈ। ਬਾਪ ਸਮਝਾਉਂਦੇ ਹੈ ਇਹ ਪੁਰਾਣਾ ਸੰਸਾਰ ਖਤਮ ਹੋਣਾ ਹੈ, ਮੈਂ ਤੁਹਾਨੂੰ ਨਈ ਦੁਨੀਆ ਵਿੱਚ ਲੈ ਜਾਂਦਾ ਹਾਂ। ਸੰਨਿਆਸੀ ਕੇਵਲ ਆਪਣੇ ਪਰਿਵਾਰ ਨੂੰ ਭੁੱਲ ਜਾਂਦੇ ਹੈ, ਜਦੋਂ ਕਿ ਤੁਸੀਂ ਸਾਰੇ ਸੰਸਾਰ ਨੂੰ ਭੁੱਲ ਜਾਂਦੇ ਹੋ। ਬਾਪ ਹੀ ਕਹਿੰਦੇ ਹੈ ਦੇਹ ਰਹਿਤ ਬਣਨਾ। ਮੈਂ ਤੁਹਾਨੂੰ ਨਈ ਦੁਨੀਆ ਵਿੱਚ ਲੈ ਜਾਂਦਾ ਹਾਂ, ਇਸ ਲਈ ਪੁਰਾਣੇ ਸੰਸਾਰ ਤੋਂ, ਪੁਰਾਣੇ ਸਰੀਰ ਨਾਲ ਆਪਣਾ ਮੋਹ ਤੋੜ ਦਿਓ, ਫਿਰ ਤੁਹਾਨੂੰ ਨਈ ਦੁਨੀਆ ਵਿੱਚ ਨਵਾਂ ਸਰੀਰ ਮਿਲੇਗਾ। ਦੇਖੋ, ਸ਼੍ਰੀ ਕ੍ਰਿਸ਼ਨ ਨੂੰ ਉਹ ਸ਼ਾਮ ਸੁੰਦਰ ਕਿਹਾ ਜਾਂਦਾ ਹੈ। ਉਹ ਸਤਯੁਗ ਵਿੱਚ ਸੁੰਦਰ ਸੀ ਅਤੇ ਹੁਣ ਲਾਸਟ ਜਨਮ ਵਿੱਚ ਕਾਲਾ ਹੋ ਗਿਆ ਹੈ। ਇਸ ਲਈ ਕਿਹਾ ਜਾਵੇਗਾ ਕਿ ਹਨੇਰਾ ਸੁੰਦਰ ਬਣ ਜਾਂਦਾ ਹੈ, ਫਿਰ ਸੁੰਦਰ ਤੋਂ ਹਨੇਰਾ ਬਣ ਜਾਂਦਾ ਹੈ। ਇਸ ਲਈ ਇਸ ਦਾ ਨਾਮ ਸ਼ਾਮ ਸੁੰਦਰ ਰੱਖਿਆ ਗਿਆ ਹੈ। 5 ਵਿਕਾਰ ਤੁਹਾਨੂੰ ਕਾਲਾ ਰਾਵਣ ਅਤੇ ਫਿਰ ਪਰਮ ਪਿਤਾ ਪਰਮ ਆਤਮਾ ਤੁਹਾਨੂੰ ਗੋਰਾ ਬਣਾਉਂਦੇ ਹੈ। ਤਸਵੀਰ ਵਿੱਚ ਵੀ ਇਹ ਵਿਖਾਇਆ ਗਿਆ ਹੈ ਕਿ ਪੁਰਾਣੀ ਦੁਨੀਆ ਨੂੰ ਲੱਤ ਮਾਰ ਕੇ ਗੋਰਾ ਹੋ ਰਿਹਾ ਹੈ। ਇੱਕ ਗੋਰੇ ਆਤਮਾ ਸਵਰਗ ਦਾ ਮਾਲਕ ਬਣ ਜਾਂਦੀ ਹੈ, ਕਾਲੀ ਆਤਮਾ ਨਰਕ ਦੀ ਮਾਲਕ ਬਣ ਜਾਂਦੀ ਹੈ। ਇਹ ਆਤਮਾ ਹੈ ਜੋ ਗੋਰੇ ਅਤੇ ਕਾਲੇ ਬਣ ਜਾਂਦੀ ਹੈ। ਹੁਣ ਬਾਪ ਕਹਿੰਦੇ ਹੈ ਤੂੰ ਪਵਿੱਤਰ ਬਣਨਾ ਹੈ। ਉਹ ਜਿੱਦੀ ਜੋਗੀ ਪਵਿੱਤਰ ਬਣਨ ਲਈ ਬਹੁਤ ਜਿੱਦ ਕਰਦੇ ਹੈ। ਉਂਝ ਯੋਗ ਤੋਂ ਬਿਨਾਂ ਮਨੁੱਖ ਪਵਿੱਤਰ ਨਹੀਂ ਹੋ ਸਕਦਾ, ਨਹੀਂ ਤਾਂ ਸਜ਼ਾ ਪਾ ਕੇ ਪਵਿੱਤਰ ਬਣਨਾ ਹੈ। ਤਾਂ ਕਿਉਂ ਨਾ ਬਾਪ ਨੂੰ ਯਾਦ ਕੀਤਾ ਜਾਵੇ ਅਤੇ 5 ਵਿਕਾਰਾਂ ਨੂੰ ਵੀ ਜਿੱਤਣਾ ਪਵੇ। ਬਾਪ ਕਹਿੰਦੇ ਹੈ ਇਹ ਵਾਸਨਾ ਦਾ ਵਿਕਾਰ ਹੀ ਸ਼ੁਰੂ, ਮੱਧ ਅਤੇ ਅੰਤ ਦੁਖੀ ਕਰਦਾ ਹੈ। ਜੋ ਵਿਕਾਰਾਂ ਨੂੰ ਜਿੱਤ ਨਹੀਂ ਸਕਦੇ ਉਹ ਸਵਰਗ ਦੇ ਰਾਜੇ ਨਹੀਂ ਬਣ ਸਕਦੇ। ਇਸ ਲਈ ਪਿਤਾ ਕਹਿੰਦੇ ਹੈ ਦੇਖੋ, ਮੈਂ ਤੁਹਾਨੂੰ ਕਿੰਨਾ ਚੰਗਾ ਕੰਮ ਸਿਖਾਉਂਦਾ ਹਾਂ। ਪਿਤਾ ਗੁਰੂ ਸਤਿਗੁਰੂ ਦੇ ਰੂਪ ਵਿੱਚ ਯੋਗ ਦੀ ਸ਼ਕਤੀ ਨਾਲ ਮੈਂ ਤੁਹਾਡੇ ਪਾਪਾਂ ਨੂੰ ਮੁਕਤ ਕਰਵਾਉਂਦਾ ਹਾਂ ਅਤੇ ਤੁਹਾਨੂੰ ਪਾਪਾਂ ਨੂੰ ਜਿੱਤਣ ਵਾਲਾ ਰਾਜਾ ਬਣਾਉਂਦਾ ਹਾਂ। ਅਸਲ ਵਿੱਚ ਕੇਵਲ ਸਤਯੁਗ ਦੇ ਦੇਵੀਆਂ ਨੂੰ ਹੀ ਮਾੜੇ ਕਰਮਾਂ ਤੇ ਜੇਤੂ ਕਿਹਾ ਜਾਂਦਾ ਹੈ। ਉੱਥੇ ਕੋਈ ਪਾਪ ਨਹੀਂ। ਵਿਕਰਮਾਜੀਤ ਸੰਬਤ ਅਤੇ ਵਿਕਰਮ ਸੰਬਤ ਵੱਖ-ਵੱਖ ਹੈ। ਇੱਕ ਰਾਜਾ ਵਿਕਰਮ ਵੀ ਚਲਾ ਗਿਆ ਹੈ ਅਤੇ ਵਿਕਰਮਾਜੀਤ ਵੀ ਰਾਜਾ ਬਣ ਗਿਆ ਹੈ। ਅਸੀਂ ਹੁਣ ਪਾਪਾਂ ਨੂੰ ਜਿੱਤ ਰਹੇ ਹਾਂ। ਫਿਰ ਦੁਆਪਰ ਯੁੱਗ ਤੇ ਨੇ ਪਾਪ ਸ਼ੁਰੂ ਹੁੰਦੇ ਹੈ। ਇਸ ਲਈ ਨੇ ਰਾਜਾ ਵਿਕਰਮਾ ਨੇ ਨਾਮ ਰੱਖਿਆ ਹੈ। ਦੇਵਤਾ ਪਾਪਾਂ ਨੂੰ ਜਿੱਤਣ ਵਾਲੇ ਹੈ। ਹੁਣ ਅਸੀਂ ਉਹ ਬਣ ਜਾਂਦੇ ਹਾਂ। ਜਦੋਂ ਅਸੀਂ ਪਾਪ ਦੇ ਰਸਤੇ ਤੇ ਆਉਂਦੇ ਹਾਂ, ਸਾਡੇ ਪਾਪਾਂ ਦਾ ਲੇਖਾ ਸ਼ੁਰੂ ਹੁੰਦਾ ਹੈ। ਇੱਥੇ ਪਾਪਾਂ ਦਾ ਲੇਖਾ ਜੋਖਾ ਕਰਕੇ ਅਸੀਂ ਪਾਪਾਂ ਨੂੰ ਜਿੱਤਣ ਵਾਲੇ ਬਣ ਜਾਂਦੇ ਹਾਂ। ਉੱਥੇ ਕੋਈ ਪਾਪ ਨਹੀਂ ਹੈ। ਇਸ ਲਈ ਤੁਸੀਂ ਬੱਚਿਆਂ ਨੂੰ ਇਹ ਨਸ਼ਾ ਕਰਨਾ ਚਾਹੀਦਾ ਹੈ ਕਿ ਤੁਸੀਂ ਇੱਥੇ ਆਪਣੀ ਕਿਸਮਤ ਉੱਚੀ ਕਰ ਰਹੇ ਹੋ। ਇਹ ਸਭ ਤੋਂ ਵੱਡੀ ਕਿਸਮਤ ਬਣਾਉਣ ਦਾ ਸਕੂਲ ਹੈ। ਸਤਸੰਗ ਵਿੱਚ ਕਿਸੇ ਦੇ ਭਾਗਿਆਸ਼ਾਲੀ ਬਣਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਕਿਸਮਤ ਹਮੇਸ਼ਾ ਸਕੂਲ ਵਿੱਚ ਬਣੀ ਹੁੰਦੀ ਹੈ। ਤੁਸੀਂ ਜਾਣਦੇ ਹੋ ਕਿ ਤੁਸੀਂ ਮਨੁੱਖ ਤੋਂ ਨਾਰਾਇਣ ਜਾਂ ਰਾਜਿਆਂ ਦਾ ਰਾਜਾ ਬਣੋਗੇ। ਨਿਸ਼ਚੈ ਹੀ ਆਪ ਪਵਿੱਤਰ ਰਾਜੇ ਸ਼ੁੱਧ ਰਾਜਿਆਂ ਦੀ ਪੂਜਾ ਕਰਦੇ ਹੈ। ਮੈਂ ਤੁਹਾਨੂੰ ਪਵਿੱਤਰ ਕਰਦਾ ਹਾਂ। ਉਹ ਅਸ਼ੁੱਧ ਸੰਸਾਰ ਵਿੱਚ ਰਾਜ ਨਹੀਂ ਕਰਨਗੇ। ਚੰਗਾ। ਮਿੱਠੇ ਮਿੱਠੇ ਸਿੱਕਿਲਾ ਦੇ ਬੱਚਿਆਂ ਪ੍ਰਤੀ ਮਾਤਾ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਧਾਰਨਾ ਲਈ ਮੁੱਖ ਸਾਰ ਨੰਬਰ 1 ਪਰ ਸਬਦਰਸ਼ਨ ਚੱਕਰ ਦਾ ਗਿਆਨ ਆਪਣੀ ਬੁੱਧੀ ਵਿੱਚ ਰੱਖੋ। ਤੁਸੀਂ ਰਾਹੂ ਦੇ ਗ੍ਰਹਿਣ ਤੋਂ ਮੁਕਤ ਹੋਣਾ ਹੈ। ਤੁਹਾਨੂੰ ਉੱਚਾ ਕਰਮ ਅਤੇ ਯੋਗ ਦੀ ਸ਼ਕਤੀ ਨਾਲ ਆਪਣੇ ਪਾਪਾਂ ਦਾ ਲੇਖਾ
ਨੂੰ ਨਿਪਟਾਉਣਾ ਹੈ ਅਤੇ ਪਾਪਾਂ ਨੂੰ ਜਿੱਤਣ ਵਾਲੇ ਬਣਨਾ ਹੈ। ਨੰਬਰ ਦੂਜਾ, ਆਪਣੀ ਕਿਸਮਤ ਨੂੰ ਉੱਚਾ ਬਣਾਉਣ ਲਈ ਆਪਣੀ ਪੜ੍ਹਾਈ ਵੱਲ ਪੂਰਾ ਧਿਆਨ ਦੇਣਾ ਹੈ। ਵਰਦਾਨ ਹੈ ਅੱਜ ਦਾ, ਬਾਹਰਲੇ ਪਦਾਰਥਾਂ ਦੀ ਖਿੱਚ ਤੇ ਬੰਧਨਾਂ ਤੋਂ ਮੁਕਤ ਹੋਣੇ ਵਾਲੇ ਜੀਵਨ ਮੁਕਤ ਭਵ। ਅੱਜ ਬਾਬਾ ਆਖਦੇ ਨੇ, ਬਾਹਰ ਮੁਖੀ ਤੋਂ ਭਾਵ ਹੈ ਜੋ ਵਿਅਕਤੀਆਂ ਦੀਆਂ ਭਾਵਨਾ, ਸੁਭਾਵ, ਭਾਵਨਾ ਦੇ ਸੰਪਰਕਾਂ ਵਿੱਚ, ਵਿਚਾਰਾਂ ਵਿੱਚ, ਸ਼ਬਦਾਂ ਅਤੇ ਰਿਸ਼ਤਿਆਂ ਰਾਹੀਂ ਇੱਕ ਦੂਜੇ ਨੂੰ ਵਿਅਰਥ ਵੱਲ ਉਕਸਾਉਂਦੇ ਹੈ, ਹਮੇਸ਼ਾ ਕਿਸੇ ਕਿਸਮ ਦੀ ਫਾਲਤੂ ਸੋਚ ਵਿੱਚ ਰਹਿੰਦੇ ਹੈ, ਅੰਦਰੂਨੀ ਖੁਸ਼ੀ, ਸ਼ਾਂਤੀ ਅਤੇ ਸ਼ਕਤੀ ਤੋਂ ਦੂਰ ਰਹਿੰਦੇ ਹੈ। ਇਹ ਬਾਹਰਲੇਪਨ ਨੂੰ ਵੀ ਬਾਹਰਲੇ ਬਹੁਤ ਆਕਰਸ਼ਿਤ ਕਰਦੇ ਹੈ, ਇਸ ਲਈ ਪਹਿਲੇ ਇਸ ਤੇ ਕੈਂਚੀ ਚਲਾਓ। ਇਹ ਰਸ ਇੱਕ ਸਮੁੱਖ ਬੰਧਨ ਬਣ ਕੇ ਤੁਹਾਨੂੰ ਸਫਲਤਾ ਦੀ ਮੰਜ਼ਿਲ ਤੋਂ ਦੂਰ ਲੈ ਜਾਂਦਾ ਹੈ। ਜਦੋਂ ਤੁਸੀਂ ਇਹਨਾਂ ਬੰਧਨਾਂ ਤੋਂ ਮੁਕਤ ਹੋ ਜਾਓਗੇ ਤਾਂ ਤੁਸੀਂ ਜੀਵਨ ਮੁਕਤ ਕਹੋਗੇ। ਸਲੋਗਨ ਹੈ ਜਿਹਦਾ, ਜੋ ਚੰਗੇ ਮਾੜੇ ਕਰਮ ਕਰਨ ਵਾਲਿਆਂ ਦੇ ਪ੍ਰਭਾਵ ਦੇ ਬੰਧਨ ਤੋਂ ਮੁਕਤ ਹੈ, ਜੋ ਸਾਕਸ਼ੀ ਅਤੇ ਦਇਆਵਾਨ ਹੈ, ਉਹੀ ਤਪਸਵੀ ਹੈ। ਜੋ ਚੰਗੇ ਮਾੜੇ ਕਰਮ ਕਰਨ ਵਾਲਿਆਂ ਦੇ ਪ੍ਰਭਾਵ ਦੇ ਬੰਧਨ ਤੋਂ ਮੁਕਤ ਹੈ, ਜੋ ਸਾਕਸ਼ੀ ਅਤੇ ਦਇਆਵਾਨ ਹੈ, ਉਹੀ ਤਪਸਵੀ ਹੈ। ਅੱਛਾ, ਓਮ ਸ਼ਾਂਤੀ।